ਯਿਸੂ ਦਾ ਪ੍ਰਕਾਸ਼ ਜੋ ਯਹੂਨਾ ਨਬੀ ਨੂੰ ਦਿੱਤਾ ਗਿਆ। ਪਹਿਲੀ ਵੀਡੀਓ ਵਿੱਚ ਅਸੀਂ ਵੇਖਿਆ ਕਿ ਕਿਵੇਂ ਯਹੂਨਾ ਨੇ ਈਸ਼ਵਰੀ ਪ੍ਰਕਾਸ਼ ਦੀ ਇਸ ਭਵਿੱਖਬਾਣੀ ਨੂੰ ਆਸੀਆ ਦੀਆਂ 7 ਕਲੀਸਿਆਵਾਂ ਨੂੰ ਭੇਜਿਆ। ਇਹ ਉਹਨਾਂ ਮਸੀਹਾਂ ਨੂੰ ਉਤਸ਼ਾਹਿਤ ਕਰਨ ਅਤੇ ਦਿਲਾਸਾ ਦੇਣ ਲਈ ਸੀ ਜੋ ਰੋਮੀ ਸਾਮਰਾਜ ਦੇ ਅਧੀਨ ਬੇਦਿਲੀ ਅਤੇ ਸਤਾਅ ਚੱਲ ਰਹੇ ਸਨ। ਅਸੀਂ ਯਿਸੂ ਦੇ ਲਈ ਯਹੂਨਾ ਦੇ ਮੁੱਖ ਪ੍ਰਤੀਕ ਕੋਹੇ ਹੋਏ ਲੇਲੇ ਨੂੰ ਵੀ ਵੇਖਿਆ, ਜਿਸ ਨੇ ਆਪਣੇ ਵੈਰੀਆਂ ਲਈ ਕੁਰਬਾਨ ਹੋ ਕੇ ਉਹਨਾਂ ਨੂੰ ਜਿੱਤ ਲਿਆ। ਇਹ ਉਹੀ ਹੈ ਜੋ ਉਸ ਪੁਸਤਕ ਨੂੰ ਖੋਲ੍ਹਦਾ ਹੈ ਜਿਸ ਵਿੱਚ ਪਰਮੇਸ਼ਵਰ ਦਾ ਉਦੇਸ਼ ਇਸ ਧਰਤੀ ਦੇ ਉੱਤੇ ਸਵਰਗ ਦੀ ਤਰ੍ਹਾਂ ਆਪਣੇ ਰਾਜ ਦੀ ਸਥਾਪਨਾ ਕਰਨਾ ਹੈ। ਪੁਸਤਕ ਦਾ ਖੋਲ੍ਹਿਆ ਜਾਣਾ ਉਸੇ ਪ੍ਰਕਾਰ ਦੀ ਸਜ਼ਾ ਦੀ ਚੇਤਾਵਨੀ ਨੂੰ ਲਿਆਉਂਦਾ ਹੈ ਜਿਵੇਂ ਮਿਸਰ ਵਿੱਚ ਬਵਾ ਦਾ ਆਉਣਾ ਅਤੇ ਫਿਰੌਨ ਦੀ ਤਰ੍ਹਾਂ ਕੌਮਾਂ ਨੇ ਤੋਬਾ ਨਹੀਂ ਕੀਤੀ। ਅਤੇ ਫਿਰ ਯਹੂਨਾ ਨੇ ਲੇਲੇ ਦੀ ਬਹੁਜਾਤੀ ਸੈਨਾ ਨੂੰ ਪੇਸ਼ ਕੀਤਾ ਅਤੇ ਖੁੱਲੀ ਪੁਸਤਕ ਉਹਨਾਂ ਦੇ ਅਜੀਬ ਮਿਸ਼ਨ ਨੂੰ ਪ੍ਰਗਟ ਕਰਦੀ ਹੈ। ਲੇਲੇ ਤੋਂ ਬਾਅਦ ਇਹ ਉਹਨਾਂ ਗਵਾਹਾਂ ਦੀ ਗੱਲ ਕਰਦਾ ਹੈ ਜੋ ਦਰਿੰਦੇ ਜਿਹੀਆਂ ਜਾਤੀਆਂ ਦੇ ਸਾਹਮਣੇ ਪਰਮੇਸ਼ਵਰ ਦੇ ਨਿਆਂ ਅਤੇ ਦਇਆ ਦੀ ਸਾਖੀ ਦਿੰਦੇ ਹਨ, ਭਾਵੇਂ ਅਜਿਹਾ ਕਰਨ ਕਰਕੇ ਉਹ ਮਾਰੇ ਹੀ ਕਿਉਂ ਨਾ ਜਾਣ। ਅਤੇ ਉਹ ਲੇਲੇ ਦੀ ਤਰ੍ਹਾਂ ਆਪਣੀ ਜਾਨ ਦੇ ਕੇ ਦਰਿੰਦੇ ਤੇ ਜਿੱਤ ਪ੍ਰਾਪਤ ਕਰਨਗੇ ਅਤੇ ਇਸ ਗੱਲ ਨਾਲ ਕੌਮਾਂ ਤੋਬਾ ਕਰਨ ਲਈ ਪ੍ਰੇਰਿਤ ਹੋਣਗੀਆਂ। ਪੁਸਤਕ ਦੇ ਬਾਕੀ ਹਿੱਸੇ ਵਿੱਚ ਯਹੂਨਾ ਇਸ ਦਰਿੰਦੇ ਦਾ ਅਤੇ ਪਰਮੇਸ਼ਵਰ ਦੇ ਲੋਕਾਂ ਦਾ ਵਿਰੋਧ ਉਸ ਦੇ ਯੁੱਧ ਦਾ ਵਰਣਨ ਕਰਦਾ ਹੈ ਅਤੇ ਇਹ ਦੱਸਦਾ ਹੈ ਕਿ ਇਸ ਸਾਰੀ ਕਹਾਣੀ ਦਾ ਅੰਤ ਕਿਵੇਂ ਹੁੰਦਾ ਹੈ। 7 ਤੁਰੀਆਂ ਤੋਂ ਬਾਅਦ ਯਹੂਨਾ 7 ਅੰਕਾਂ ਨੂੰ ਦੁਹਰਾਉਣਾ ਬੰਦ ਕਰ ਦਿੰਦਾ ਹੈ ਅਤੇ ਦਰਸ਼ਨਾਂ ਦੀ ਇੱਕ ਲੜੀ ਬਾਰੇ ਗੱਲ ਕਰਦਾ ਹੈ ਜਿਸ ਨੂੰ ਉਹ ਚਿੰਨ੍ਹ ਆਖਦਾ ਹੈ। ਇਸ ਸ਼ਬਦ ਦਾ ਸ਼ਾਬਦਿਕ ਅਰਥ ਪ੍ਰਤੀਕ ਹੈ ਅਤੇ ਇਹ ਅਧਿਆਏ ਉਹਨਾਂ ਨਾਲ ਭਰੇ ਹੋਏ ਹਨ। ਇਹ ਦਰਸ਼ਨ ਖੁੱਲੀ ਪੁਸਤਕ ਦੇ ਸੰਦੇਸ਼ ਨੂੰ ਵਧੇਰੇ ਡੂੰਘਾਈ ਨਾਲ ਪੇਸ਼ ਕਰਦੇ ਹਨ। ਪਹਿਲਾ ਦਰਸ਼ਨ ਆਕਾਸ਼ ਦੇ ਆਤਮਿਕ ਯੁੱਧ ਬਾਰੇ ਦੱਸਦਾ ਹੈ ਜਿਸ ਕਾਰਨ ਰੋਮ ਦੇ ਅਤਿਆਚਾਰ ਅਧੀਨ 7 ਕਲੀਸਿਆਵਾਂ ਸਤਾ ਚੱਲਦੀਆਂ ਹਨ। ਇਹ ਉਸ ਪ੍ਰਾਚੀਨ ਟਕਰਾਅ ਦਾ ਪ੍ਰਗਟਾਵਾ ਹੈ ਜੋ ਉਤਪਤ ਦੇ 3 ਅਧਿਆਏ ਵਿੱਚ ਸ਼ੁਰੂ ਹੋਇਆ ਸੀ। ਉਹ ਸੱਪ ਜੋ ਸਾਰੀਆਂ ਬੁਰਾਈਆਂ ਦੇ ਮੁੱਢ ਨੂੰ ਦਰਸਾਉਂਦਾ ਹੈ ਉਸ ਨੂੰ ਅਜਗਰ ਵਜੋਂ ਦਰਸਾਇਆ ਗਿਆ ਹੈ। ਉਹ ਤੀਵੀ ਅਤੇ ਉਸ ਦੀ ਸੰਤਾਨ ਤੇ ਹਮਲਾ ਕਰਦਾ ਹੈ। ਇਹ ਲੋਕ ਮਸੀਹ ਅਤੇ ਉਸ ਦੇ ਲੋਕਾਂ ਨੂੰ ਦਰਸਾਉਂਦੇ ਹਨ। ਫਿਰ ਮਸੀਹ ਆਪਣੀ ਮੌਤ ਅਤੇ ਜੀ ਉੱਠਣ ਦੁਆਰਾ ਅਜਗਰ ਨੂੰ ਹਰਾ ਦਿੰਦਾ ਹੈ ਅਤੇ ਇਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਜਾਂਦਾ ਹੈ। ਉੱਥੇ ਅਜਗਰ ਮਸੀਹ ਦੇ ਲੋਕਾਂ ਪ੍ਰਤੀ ਨਫ਼ਰਤ ਅਤੇ ਅਤਿਆਚਾਰ ਨੂੰ ਫੈਲਾਉਂਦਾ ਹੈ, ਪਰ ਉਹ ਅਜਗਰ ਦਾ ਸਾਹਮਣਾ ਕਰਕੇ ਉਸ ਉੱਤੇ ਜਿੱਤ ਪ੍ਰਾਪਤ ਕਰ ਲੈਣਗੇ, ਭਾਵੇਂ ਇਸ ਵਿੱਚ ਉਹਨਾਂ ਦੀ ਮੌਤ ਵੀ ਕਿਉਂ ਨਾ ਹੋ ਜਾਵੇ। ਯਹੂਨਾ ਨੇ ਕਲੀਸਿਆਵਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਅਸਲ ਦੁਸ਼ਮਣ ਰੋਮ ਜਾਂ ਕੋਈ ਹੋਰ ਕੌਮ ਜਾਂ ਮਨੁੱਖ ਨਹੀਂ ਹੈ। ਇਹ ਕੰਮ ਅੰਧਕਾਰ ਦੀਆਂ ਆਤਮਿਕ ਸ਼ਕਤੀਆਂ ਕਰਦੀਆਂ ਹਨ ਅਤੇ ਯਿਸੂ ਦੇ ਚੇਲੇ ਵਫਾਦਾਰੀ ਨਾਲ ਕੋਹੇ ਹੋਏ ਲੇਲੇ ਵਾਂਗ ਆਪਣੇ ਦੁਸ਼ਮਣਾਂ ਨੂੰ ਪਿਆਰ ਕਰਦਿਆਂ ਯਿਸੂ ਦੀ ਜਿੱਤ ਦੀ ਘੋਸ਼ਣਾ ਕਰਨਗੇ। ਯਹੂਨਾ ਦਾ ਅਗਲਾ ਦਰਸ਼ਨ ਉਸੇ ਟਕਰਾਅ ਦੀ ਕਹਾਣੀ ਨੂੰ ਦੁਹਰਾਉਂਦਾ ਹੈ, ਪਰ ਇਸ ਵਾਰ ਦਾਨੀਏਲ ਦੁਆਰਾ ਦੇਖੇ ਗਏ ਧਰਤੀ ਦੇ ਪਸ਼ੂ ਦੇ ਰੂਪ ਵਿੱਚ। ਯਹੂਨਾ 2 ਦਰਿੰਦਿਆਂ ਨੂੰ ਵੇਖਦਾ ਹੈ ਜਿਨ੍ਹਾਂ ਨੂੰ ਅਜਗਰ ਨੇ ਸ਼ਕਤੀ ਦਿੱਤੀ। ਉਹਨਾਂ ਵਿੱਚੋਂ ਇੱਕ ਰਾਸ਼ਟਰੀ ਸੈਨਿਕ ਸ਼ਕਤੀ ਨੂੰ ਦਰਸਾਉਂਦਾ ਹੈ ਜੋ ਹਿੰਸਾ ਦੇ ਜ਼ਰੀਏ ਜਿੱਤ ਪ੍ਰਾਪਤ ਕਰਦਾ ਹੈ। ਦੂਸਰਾ ਦਰਿੰਦਾ ਆਰਥਿਕ ਪ੍ਰਸਾਰ ਢਾਂਚੇ ਦਾ ਪ੍ਰਤੀਕ ਹੈ ਜੋ ਇਸ ਸ਼ਕਤੀ ਨੂੰ ਈਸ਼ਵਰੀ ਸ਼ਕਤੀ ਵਜੋਂ ਉੱਚਾ ਕਰਦਾ ਹੈ। ਇਹ ਦਰਿੰਦੇ ਕੌਮਾਂ ਤੋਂ ਪੂਰੀ ਵਫਾਦਾਰੀ ਦੀ ਮੰਗ ਕਰਦੇ ਹਨ। ਇਸ ਦੀ ਪਹਿਚਾਣ ਦਰਿੰਦੇ ਦਾ ਨਿਸ਼ਾਨ ਅਤੇ ਉਸ ਦਾ ਅੰਕ 666 ਹੋਵੇਗਾ ਜੋ ਮੱਥੇ ਜਾਂ ਹੱਥ ਤੇ ਲੈਣਾ ਪਵੇਗਾ। ਇਸ ਬੁਰੇ ਚਿੰਨ੍ਹ ਦਾ ਅਰਥ ਤੁਸੀਂ ਖਬਰਾਂ ਦੀਆਂ ਸੁਰਖੀਆਂ ਨੂੰ ਪੜ੍ਹ ਕੇ ਨਹੀਂ ਜਾਣ ਸਕੋਗੇ। ਯਹੂਨਾ ਇੱਥੇ ਇੱਕ ਇਬਰਾਨੀ ਪੁਰਾਣੇ ਨੇਮ ਦਾ ਹਵਾਲਾ ਦੇ ਕੇ ਸਪਸ਼ਟ ਕਰਦਾ ਹੈ। ਸਭ ਤੋਂ ਪਹਿਲਾਂ ਇਹ ਚਿੰਨ੍ਹ ਸ਼ੇਮਾ ਵਿਰੋਧੀ ਹੈ। ਮੱਥੇ ਅਤੇ ਹੱਥ ਉੱਤੇ ਲਿਖਣਾ ਸ਼ੇਮਾ ਦਾ ਸਪਸ਼ਟ ਹਵਾਲਾ ਹੈ ਜੋ ਇੱਕ ਪ੍ਰਾਚੀਨ ਯਹੂਦੀ ਭਗਤੀ ਪ੍ਰਾਰਥਨਾ ਹੈ ਜਿਸ ਦਾ ਵੇਰਵਾ ਭਵਿਸ਼ਤਾ ਸਾਰ ਦੀ ਪੁਸਤਕ ਵਿੱਚ ਦਿੱਤਾ ਗਿਆ ਹੈ। ਇਹ ਪ੍ਰਾਰਥਨਾ ਤੁਹਾਡੇ ਸਾਰੇ ਵਿਚਾਰਾਂ ਅਤੇ ਕਾਰਜਾਂ ਨੂੰ ਇੱਕ ਸੱਚੇ ਪਰਮੇਸ਼ਵਰ ਨੂੰ ਅਰਪਣ ਕਰਨ ਦੇ ਪ੍ਰਤੀਕ ਵਜੋਂ ਮੱਥੇ ਅਤੇ ਹੱਥ ਉੱਤੇ ਲਿਖੀ ਗਈ ਸੀ। ਪਰ ਹੁਣ ਵਿਦਰੋਹੀ ਰਾਸ਼ਟਰ ਆਪਣੇ ਪ੍ਰਤੀ ਵਫਾਦਾਰੀ ਦੀ ਮੰਗ ਕਰਦੇ ਹਨ ਅਤੇ ਉਹ ਹਰ ਕਿਸੇ ਨੂੰ ਇਹ ਫੈਸਲਾ ਕਰਨ ਲਈ ਮਜਬੂਰ ਕਰਦੇ ਹਨ ਕਿ ਉਹ ਕਿਸ ਪਿੱਛੇ ਚੱਲਣਗੇ। ਫਿਰ ਦਰਿੰਦੇ ਦਾ ਅੰਕ ਹੈ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਪਾਠਕਾਂ ਨੂੰ ਆਕਰਸ਼ਣ ਵਿੱਚ ਰੱਖਿਆ ਹੈ। ਪਰ ਯਹੂਨਾ ਲਈ ਇਹ ਕੋਈ ਭੇਤ ਦੀ ਗੱਲ ਨਹੀਂ ਸੀ। ਉਹ ਇਬਰਾਨੀ ਅਤੇ ਯੂਨਾਨੀ ਬੋਲਦਾ ਸੀ ਅਤੇ ਇਬਰਾਨੀ ਅੱਖਰ ਵੀ ਬਹੁਤ ਸਾਰੇ ਅੰਕ ਹਨ। ਜੇ ਤੁਸੀਂ ਯੂਨਾਨੀ ਸ਼ਬਦ ਨੀਰੋ ਕੈਸਰ ਅਤੇ ਇਬਰਾਨੀ ਵਿੱਚ ਸ਼ਬਦ ਦਰਿੰਦਾ ਦਾ ਸ਼ਬਦ ਜੋੜ ਕਰਦੇ ਹੋ ਤਾਂ ਹਰ ਇੱਕ ਦੀ ਗਿਣਤੀ 666 ਹੁੰਦੀ ਹੈ। ਹੁਣ ਯਹੂਨਾ ਇਹ ਨਹੀਂ ਆਖ ਰਿਹਾ ਕਿ ਸਿਰਫ ਨੀਰੋ ਹੀ ਇਸ ਦਰਸ਼ਨ ਦੀ ਪੂਰਤੀ ਸੀ। ਨੀਰੋ ਦਾਨੀਏਲ ਦੁਆਰਾ ਨਿਰਧਾਰਿਤ ਕੀਤੇ ਗਏ ਪੁਰਾਣੇ ਨਮੂਨੇ ਦੀ ਤਾਜ਼ਾ ਮਿਸਾਲ ਹੈ। ਉਹ ਰਾਸ਼ਟਰ ਜਦੋਂ ਦਰਿੰਦੇ ਬਣ ਜਾਂਦੇ ਹਨ ਤਾਂ ਆਪਣੀ ਸ਼ਕਤੀ ਅਤੇ ਆਰਥਿਕ ਸੁਰੱਖਿਆ ਨੂੰ ਝੂਠੇ ਈਸ਼ਵਰ ਵਜੋਂ ਉੱਚਾ ਕਰਦੇ ਹਨ ਅਤੇ ਫਿਰ ਪੂਰੀ ਵਫਾਦਾਰੀ ਦੀ ਮੰਗ ਕਰਦੇ ਹਨ। ਦਾਨੀਏਲ ਦੇ ਜ਼ਮਾਨੇ ਵਿੱਚ ਬਾਬਲ ਉਹ ਦਰਿੰਦਾ ਸੀ, ਪਰ ਇਸ ਤੋਂ ਬਾਅਦ ਫਾਰਸ, ਉਸ ਤੋਂ ਬਾਅਦ ਯੂਨਾਨ ਅਤੇ ਹੁਣ ਯਹੂਨਾ ਦੇ ਸਮੇਂ ਵਿੱਚ ਰੋਮ ਸੀ। ਅਤੇ ਇਸ ਲਈ ਇਹ ਕਿਸੇ ਵੀ ਦੇਸ਼ ਲਈ ਹੈ ਜੋ ਉਸੇ ਤਰ੍ਹਾਂ ਦੇ ਕੰਮ ਕਰਦਾ ਹੈ। ਦਰਿੰਦੇ ਰਾਸ਼ਟਰਾਂ ਅਤੇ ਅਜਗਰ ਦੇ ਵਿਰੋਧ ਵਿੱਚ ਇੱਕ ਹੋਰ ਰਾਜਾ ਹੈ। ਇਹ ਕੋਇਆ ਹੋਇਆ ਲੇਲਾ ਹੈ। ਉਹ ਆਪਣੀ ਸੈਨਾ ਦੇ ਨਾਲ ਹੈ ਜਿਨ੍ਹਾਂ ਨੇ ਆਪਣਾ ਜੀਵਨ ਉਸ ਦੇ ਪਿੱਛੇ ਚੱਲਣ ਵਿੱਚ ਲਗਾਇਆ ਹੈ। ਨਵੇਂ ਯਰੂਸ਼ਲਮ ਤੋਂ ਉਹਨਾਂ ਦੀ ਜਿੱਤ ਦਾ ਗੀਤ ਸਾਰੀਆਂ ਕੌਮਾਂ ਤੱਕ ਜਾਵੇਗਾ
ਜਿਸ ਨੂੰ ਯਹੂਨਾ ਸਦੀਪਕ ਕਾਲ ਦੀ ਅੰਜੀਲ ਆਖਦਾ ਹੈ। ਉਹ ਸਾਰਿਆਂ ਨੂੰ ਤੋਬਾ ਕਰਨ ਅਤੇ ਪਰਮੇਸ਼ਵਰ ਦੀ ਉਪਾਸਨਾ ਕਰਨ ਅਤੇ ਬਾਬਲ ਤੋਂ ਬਾਹਰ ਆਉਣ ਦਾ ਸੱਦਾ ਦਿੰਦੇ ਹਨ, ਜੋ ਤਬਾਹ ਹੋਣ ਵਾਲਾ ਹੈ। ਇਸ ਦੇ ਦਿਨ ਮਿਥੇ ਹੋਏ ਹਨ। ਫਿਰ ਯਹੂਨਾ ਅੰਤਮ ਨਿਆਂ ਦਾ ਦਰਸ਼ਨ ਵੇਖਦਾ ਹੈ। ਇਹ ਦੋ ਵਾਢੀਆਂ ਦੁਆਰਾ ਦਰਸਾਇਆ ਗਿਆ ਹੈ। ਇੱਕ ਅਨਾਜ ਦੀ ਚੰਗੀ ਵਾਢੀ ਹੈ, ਜਦ ਰਾਜਾ ਯੀਸ਼ੂ ਆਪਣੇ ਵਿਸ਼ਵਾਸਯੋਗ ਲੋਕਾਂ ਨੂੰ ਆਪਣੇ ਕੋਲ ਇਕੱਠਾ ਕਰਨ ਲਈ ਆਉਂਦਾ ਹੈ। ਦੂਸਰੀ ਅੰਗੂਰ ਦੀ ਫਸਲ ਦੀ ਵਾਢੀ ਹੈ। ਇਹ ਮਨੁੱਖ ਜਾਤੀ ਵਿੱਚ ਫੈਲੀ ਬੁਰਾਈ ਨੂੰ ਦਰਸਾਉਂਦੀ ਹੈ। ਉਹਨਾਂ ਨੂੰ ਚਬੱਚੇ ਵਿੱਚ ਲਿਜਾ ਕੇ ਲਿਤਾੜਿਆ ਜਾਵੇਗਾ। ਹੁਣ ਇਹਨਾਂ ਸਾਰੇ ਚਿੰਨ੍ਹ ਦਰਸ਼ਨਾਂ ਦੌਰਾਨ ਯਹੂਨਾ 7 ਕਲੀਸਿਆਵਾਂ ਦੇ ਸਾਹਮਣੇ ਇੱਕ ਪੂਰੀ ਚੋਣ ਰੱਖ ਰਿਹਾ ਹੈ ਕਿ ਉਹ ਬਾਬਲ ਦੇ ਲਾਲਚ ਦਾ ਵਿਰੋਧ ਕਰਨਗੇ ਅਤੇ ਲੇਲੇ ਦੇ ਪਿੱਛੇ ਚੱਲਣਗੇ, ਜਾਂ ਕਿ ਉਹ ਦਰਿੰਦੇ ਦੇ ਪਿੱਛੇ ਤੁਰਨਗੇ ਅਤੇ ਇਸ ਦੀ ਹਾਰ ਦਾ ਨਤੀਜਾ ਭੁਗਤਣਗੇ। ਹੁਣ ਜਦੋਂ ਚੋਣ ਸਪਸ਼ਟ ਹੋ ਗਈ ਹੈ, ਯਹੂਨਾ 7 ਈਸ਼ਵਰੀ ਨਿਆਂ ਦਾ ਇੱਕ ਅੰਤਮ ਚੱਕਰ ਦੁਹਰਾਉਂਦਾ ਹੈ, ਜਿਸ ਦਾ ਪ੍ਰਤੀਕ ਹੈ 7 ਕਟੋਰਿਆਂ ਦਾ ਡੋਲਣਾ ਹੈ। ਹੁਣ ਅਸੀਂ ਲੇਲੇ ਦੀ ਪੁਸਤਕ ਅਤੇ ਉਹਨਾਂ ਦਰਸ਼ਨਾਂ ਤੋਂ ਜਾਣਦੇ ਹਾਂ ਜੋ ਬਹੁਤ ਸਾਰੀਆਂ ਕੌਮਾਂ ਤੋਬਾ ਕਰਦੀਆਂ ਹਨ। ਪਰ ਜਿਵੇਂ ਕਿ ਕੂਚ ਦੀਆਂ ਬਵਾਂ ਨੂੰ ਦੁਹਰਾਇਆ ਜਾਂਦਾ ਹੈ ਅਤੇ ਕਟੋਰਿਆਂ ਵਿੱਚੋਂ ਡੋਲਿਆ ਜਾਂਦਾ ਹੈ, ਬਹੁਤ ਸਾਰੇ ਲੋਕ ਹਨ ਜੋ ਤੋਬਾ ਨਹੀਂ ਕਰਦੇ। ਉਹ ਫਿਰੌਨ ਵਾਂਗ ਪਰਮੇਸ਼ਵਰ ਦਾ ਵਿਰੋਧ ਅਤੇ ਨਿੰਦਾ ਕਰਦੇ ਹਨ। ਇਸ ਤਰ੍ਹਾਂ ਇਹ ਸਭ 6ਵੇਂ ਕਟੋਰੇ ਵੱਲ ਲੈ ਜਾਂਦਾ ਹੈ, ਜਿਵੇਂ ਅਜਗਰ ਅਤੇ ਦਰਿੰਦਾ ਕੌਮਾਂ ਨੂੰ ਪਰਮੇਸ਼ਵਰ ਦੇ ਲੋਕਾਂ ਵਿਰੁੱਧ ਯੁੱਧ ਲਈ ਹਰਮਿਗਦੋਨ ਨਾਮਕ ਥਾਂ ਵਿੱਚ ਇਕੱਠਾ ਕਰਦੇ ਹਨ। ਇਹ ਉੱਤਰੀ ਇਸਰਾਏਲ ਦੇ ਇੱਕ ਮੈਦਾਨ ਨੂੰ ਦਰਸਾਉਂਦਾ ਹੈ, ਜਿੱਥੇ ਹਮਲਾ ਕਰਨ ਵਾਲੀਆਂ ਕੌਮਾਂ ਦੇ ਵਿਰੁੱਧ ਇਸਰਾਏਲ ਦੁਆਰਾ ਬਹੁਤ ਸਾਰੀਆਂ ਲੜਾਈਆਂ ਲੜੀਆਂ ਗਈਆਂ ਸਨ। ਕੁਝ ਲੋਕ ਅਜਿਹਾ ਸੋਚਦੇ ਹਨ ਕਿ ਇਹ 6ਵਾਂ ਕਟੋਰਾ ਅਸਲ ਭਵਿੱਖ ਦੀ ਲੜਾਈ ਨੂੰ ਦਰਸਾਉਂਦਾ ਹੈ। ਦੂਸਰੇ ਲੋਕ ਸੋਚਦੇ ਹਨ ਕਿ ਇਹ ਬੁਰਾਈ ਤੇ ਪਰਮੇਸ਼ਵਰ ਦੇ ਅੰਤਮ ਨਿਆਂ ਦੇ ਲਈ ਇੱਕ ਅਲੰਕਾਰ ਹੈ। ਕਿਸੇ ਵੀ ਤਰ੍ਹਾਂ ਗੋਗ ਨਾਲ ਪਰਮੇਸ਼ਵਰ ਦੀ ਲੜਾਈ ਬਾਰੇ ਯਹੂਨਾ ਨੇ ਹਿਜ਼ਕੀਏਲ ਦੀ ਪੁਸਤਕ ਤੋਂ ਸਪਸ਼ਟ ਤੌਰ ਤੇ ਚਿੱਤਰ ਲਏ ਹਨ। ਗੋਗ ਹਿਜ਼ਕੀਏਲ ਦਾ ਵਿਦਰੋਹੀ ਕੌਮਾਂ ਦਾ ਪ੍ਰਤੀਕ ਸੀ, ਜੋ ਪਰਮੇਸ਼ਵਰ ਦੇ ਨਿਆਂ ਦਾ ਸਾਹਮਣਾ ਕਰਨ ਲਈ ਇਕੱਠੇ ਹੋਏ ਸਨ, ਅਤੇ ਇਹ ਉਹ ਹੈ ਜੋ 7ਵੇਂ ਕਟੋਰੇ ਵਿੱਚ ਆਉਂਦਾ ਹੈ। ਇਹ ਪ੍ਰਭੂ ਦੇ ਦਿਨ ਦਾ ਚੌਥਾ ਅਤੇ ਆਖਰੀ ਚਿਤਰਨ ਹੈ, ਜਦੋਂ ਕੌਮਾਂ ਵਿੱਚ ਬੁਰਾਈ ਨੂੰ ਇੱਕ ਵਾਰ ਅਤੇ ਹਮੇਸ਼ਾ ਲਈ ਹਰਾ ਦਿੱਤਾ ਜਾਂਦਾ ਹੈ। ਹੁਣ ਯਹੂਨਾ ਨੇ ਲੇਲੇ ਦੀ ਪੁਸਤਕ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ, ਅਤੇ ਹੁਣ ਉਹ 3 ਮੁੱਖ ਵਿਸ਼ਿਆਂ ਦਾ ਵਰਣਨ ਕਰਦਾ ਹੈ ਜੋ ਉਸਨੇ ਪਹਿਲਾਂ ਕੀਤੇ ਸਨ: ਬਾਬਲ ਦਾ ਪਤਨ, ਬੁਰਾਈ ਨੂੰ ਹਰਾਉਣ ਦੀ ਅੰਤਮ ਲੜਾਈ ਅਤੇ ਨਵੇਂ ਯਰੂਸ਼ਲਮ ਦੀ ਆਮਦ। ਅਤੇ ਇਹਨਾਂ ਵਿੱਚੋਂ ਹਰ ਇੱਕ ਵੱਖਰੇ ਕੋਣ ਤੋਂ ਪਰਮੇਸ਼ਵਰ ਦੇ ਰਾਜ ਦੇ ਅੰਤਿਮ ਰੂਪ ਦੀ ਪੜਚੋਲ ਕਰਦਾ ਹੈ। ਇਸ ਲਈ ਪਹਿਲਾਂ ਬਾਬਲ ਦਾ ਪਤਨ। ਇੱਕ ਦੂਤ ਨੇ ਯਹੂਨਾ ਨੂੰ ਇੱਕ ਸਿੰਗਾਰੀ ਹੋਈ ਤੀਵੀ ਦਿਖਾਈ, ਜਿਸ ਨੇ ਇੱਕ ਰਾਣੀ ਦੀ ਪੁਸ਼ਾਕ ਪਹਿਨੀ ਹੋਈ ਸੀ, ਪਰ ਉਹ ਸ਼ਹੀਦਾਂ ਅਤੇ ਸਾਰੇ ਨਿਰਦੋਸ਼ ਲੋਕਾਂ ਦੇ ਲਹੂ ਨਾਲ ਮਸਤ ਹੋਈ ਹੈ। ਉਹ ਦਰਸ਼ਨਾਂ ਦੇ ਚਿੰਨ੍ਹ ਤੋਂ ਦਰਿੰਦੇ ਦੀ ਸਵਾਰੀ ਕਰ ਰਹੀ ਹੈ। ਇਹ ਵਿਦਰੋਹੀ ਕੌਮਾਂ ਦਾ ਪ੍ਰਤੀਕ ਹੈ ਅਤੇ ਉਸ ਨੂੰ ਬਾਬਲ ਕੰਜਰੀ ਆਖਿਆ ਜਾਂਦਾ ਹੈ। ਹੁਣ ਯਹੂਨਾ ਦੇ ਪਹਿਲੇ ਪਾਠਕਾਂ ਲਈ ਇਸ ਦਰਸ਼ਨ ਅਤੇ ਚਿੰਨ੍ਹਾਂ ਦਾ ਵਰਣਨ ਬਹੁਤ ਸਪਸ਼ਟ ਹੋਵੇਗਾ। ਉਹ ਰੋਮੀ ਸਾਮਰਾਜ ਦੀ ਫੌਜੀ ਅਤੇ ਆਰਥਿਕ ਤਾਕਤ ਦਾ ਰੂਪ ਧਾਰ ਰਿਹਾ ਹੈ, ਪਰ ਉਹ ਇਸ ਤੋਂ ਵਧੇਰੇ ਕਰ ਰਿਹਾ ਹੈ। ਇਸ ਦਰਸ਼ਨ ਵਿੱਚ ਯਹੂਨਾ ਨੇ ਪੁਰਾਣੇ ਨੇਮ ਦੇ ਪੁਰਾਣੇ ਬਾਬਲ, ਸੂਰ ਅਤੇ ਸਦੋਮ ਦੇ ਪਤਨ ਦੇ ਬਾਰੇ ਵਿੱਚ ਹਰ ਇੱਕ ਸ਼ਬਦ ਅਤੇ ਚਿੱਤਰਾਂ ਨੂੰ ਮਿਲਾਇਆ ਹੈ। ਯਹੂਨਾ ਦਰਸਾ ਰਿਹਾ ਹੈ ਕਿ ਕਿਵੇਂ ਰੋਮ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਵਿੱਚ ਮਨੁੱਖਤਾ ਦੇ ਪੁਰਾਣੇ ਨੇਮ ਦੇ ਪੁਰਾਤੱਤਵ ਪ੍ਰਕਾਰ ਦਾ ਨਵੀਨਤਮ ਰੂਪ ਹੈ। ਉਹ ਇਕੱਠੇ ਹੋ ਕੇ ਕੌਮਾਂ ਦਾ ਗਠਨ ਕਰਦੇ ਹਨ, ਜੋ ਆਪਣੀ ਖੁਦ ਦੀ ਆਰਥਿਕ ਅਤੇ ਸੈਨਿਕ ਸੁਰੱਖਿਆ ਨੂੰ ਝੂਠੇ ਈਸ਼ਵਰ ਵਜੋਂ ਉੱਚਾ ਕਰਦੇ ਹਨ। ਇਹ ਕੁਝ ਅਜਿਹਾ ਨਹੀਂ ਹੈ ਜੋ ਅਤੀਤ ਜਾਂ ਭਵਿੱਖ ਤੱਕ ਹੀ ਸੀਮਤ ਹੈ। ਇਹ ਇਤਿਹਾਸ ਦੇ ਦੌਰਾਨ ਮਨੁੱਖੀ ਸਥਿਤੀ ਦਾ ਚਿਤਰਨ ਹੈ, ਅਤੇ ਬਾਬੁਲ ਆਵੇਗਾ ਅਤੇ ਚਲਾ ਜਾਵੇਗਾ। ਇਹ ਉਸ ਦਿਨ ਤੱਕ ਹੋਵੇਗਾ ਜਦੋਂ ਯੀਸ਼ੂ ਬਾਬਲ ਨੂੰ ਉਸ ਦੇ ਰਾਜ ਨਾਲ ਤਬਦੀਲ ਕਰਨ ਲਈ ਵਾਪਸ ਆਵੇਗਾ। ਪਰ ਯੀਸ਼ੂ ਦਾ ਰਾਜ ਕਿਵੇਂ ਆਵੇਗਾ? ਹੁਣ ਤੱਕ ਪ੍ਰਭੂ ਦੇ ਦਿਨ ਨੂੰ ਅੱਗ ਜਾਂ ਭੁਚਾਲ ਜਾਂ ਵਾਢੀ ਦੇ ਦਿਨ ਵਜੋਂ ਦਰਸਾਇਆ ਗਿਆ ਹੈ, ਅਤੇ ਹੁਣ ਇਸ ਨੂੰ ਅੰਤਮ ਲੜਾਈ ਵਜੋਂ ਦਰਸਾਇਆ ਗਿਆ ਹੈ, ਅਤੇ ਇਸ ਨੂੰ 2 ਵਾਰ ਦੱਸਿਆ ਗਿਆ ਹੈ। ਇਸ ਦੇ ਨਤੀਜੇ ਵਜੋਂ ਸ਼ਹੀਦਾਂ ਨੂੰ ਸਮਰਥਨ ਮਿਲਦਾ ਹੈ। ਹੁਣ ਯਹੂਨਾ ਸਾਨੂੰ 6ਵੇਂ ਕਟੋਰੇ ਵੱਲ ਲੈ ਜਾਂਦਾ ਹੈ, ਜਿੱਥੇ ਕੌਮਾਂ ਪਰਮੇਸ਼ਵਰ ਦਾ ਵਿਰੋਧ ਕਰਨ ਲਈ ਇਕੱਤਰ ਹੋਈਆਂ ਸਨ, ਅਤੇ ਅਚਾਨਕ ਯੀਸ਼ੂ ਪ੍ਰਗਟ ਹੁੰਦਾ ਹੈ। ਉਹ ਮਹਾਨ ਯੋਧਾ ਹੈ। ਉਹ ਇੱਕ ਚਿੱਟੇ ਘੋੜੇ ਤੇ ਸਵਾਰ ਪਰਮੇਸ਼ਵਰ ਦਾ ਸ਼ਬਦ ਹੈ, ਅਤੇ ਉਹ ਸੰਸਾਰ ਦੀ ਬੁਰਾਈ ਤੇ ਜਿੱਤ ਪਾਉਣ ਲਈ ਤਿਆਰ ਹੈ। ਪਰ ਧਿਆਨ ਦਿਓ, ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਲਹੂ ਲੁਹਾਨ ਹੋਇਆ ਹੈ, ਅਤੇ ਇਹ ਇਸ ਲਈ ਕਿਉਂਕਿ ਇਹ ਉਸ ਦਾ ਆਪਣਾ ਲਹੂ ਸੀ। ਉਸ ਦਾ ਇੱਕੋ ਇੱਕ ਹਥਿਆਰ ਉਸ ਦੇ ਮੂੰਹ ਦੀ ਤਲਵਾਰ ਹੈ। ਇਹ ਯਸ਼ਾਇਆ ਤੋਂ ਲਈ ਗਈ ਇੱਕ ਤਸਵੀਰ ਹੈ। ਯਹੂਨਾ ਸਾਨੂੰ ਦੱਸਦਾ ਹੈ ਕਿ ਹਰਮਿਗਦੋਨ ਲਹੂ ਲੁਹਾਨ ਨਹੀਂ ਹੋਵੇਗਾ। ਇਸ ਦੀ ਬਜਾਏ ਉਹੀ ਯਿਸੂ ਜਿਸ ਨੇ ਆਪਣੇ ਵੈਰੀਆਂ ਲਈ ਆਪਣਾ ਲਹੂ ਵਹਾਇਆ, ਉਹ ਹੁਣ ਨਿਆਂ ਦਾ ਐਲਾਨ ਕਰਨ ਆਇਆ ਹੈ। ਉਹ ਉਹਨਾਂ ਲੋਕਾਂ ਨੂੰ ਜਵਾਬਦੇਹ ਠਹਿਰਾਵੇਗਾ ਜਿਨ੍ਹਾਂ ਆਪਣੇ ਮਾਰਗਾਂ ਤੋਂ ਤੋਬਾ ਕਰਨ ਤੋਂ ਇਨਕਾਰ ਕੀਤਾ ਅਤੇ ਪਰਮੇਸ਼ਵਰ ਦੇ ਭਲੇ ਸੰਸਾਰ ਨੂੰ ਬਰਬਾਦ ਕਰਨ ਵਿੱਚ ਭੂਮਿਕਾ ਅਦਾ ਕੀਤੀ। ਉਹ ਵਿਨਾਸ਼ਕਾਰੀ ਨਰਕ ਦੀ ਅੱਗ ਜਿਹੜੀ ਉਹਨਾਂ ਨੇ ਪਰਮੇਸ਼ਵਰ ਦੇ ਸੰਸਾਰ ਵਿੱਚ ਲਗਾਈ ਸੀ, ਉਹੀ ਉਹਨਾਂ ਦੀ ਪਰਮੇਸ਼ਵਰ ਦੁਆਰਾ ਠਹਿਰਾਈ ਮੰਜ਼ਲ ਬਣ ਗਈ। ਇਸ ਤੋਂ ਬਾਅਦ ਯਹੂਨਾ ਨੇ ਯੀਸ਼ੂ ਦੇ ਚੇਲਿਆਂ ਦਾ ਇੱਕ ਦਰਸ਼ਨ ਵੇਖਿਆ, ਜਿਨ੍ਹਾਂ ਦਾ ਬਾਬਲ ਦੁਆਰਾ ਕਤਲ ਕੀਤਾ ਗਿਆ ਸੀ। ਉਹਨਾਂ ਨੂੰ ਦੁਬਾਰਾ ਜਿਉਂਦਾ ਕੀਤਾ ਗਿਆ ਹੈ, ਅਤੇ ਉਹ ਮਸੀਹ ਦੇ ਨਾਲ 1000 ਸਾਲ ਲਈ ਰਾਜ ਕਰਨਗੇ।
ਫਿਰ ਇਸ ਤੋਂ ਬਾਅਦ ਅਜਗਰ, ਜਿਸ ਨੇ ਮਨੁੱਖ ਜਾਤੀ ਨੂੰ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਲਈ ਪ੍ਰੇਰਿਤ ਕੀਤਾ ਸੀ, ਜਗਤ ਦੀਆਂ ਕੌਮਾਂ ਨੂੰ ਪਰਮੇਸ਼ਵਰ ਦੇ ਰਾਜ ਦੇ ਵਿਰੁੱਧ ਬਗਾਵਤ ਕਰਨ ਲਈ ਇਕੱਠਾ ਕਰੇਗਾ। ਪਰ ਉਹ ਸਾਰੇ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਸਦੀਪਕ ਹਾਰ ਦਾ ਸਾਹਮਣਾ ਕਰਨਗੇ। ਇਸ ਲਈ ਆਤਮਿਕ ਬੁਰਾਈਆਂ, ਸ਼ਕਤੀਆਂ ਅਤੇ ਹਰ ਉਹ ਵਿਅਕਤੀ ਬਰਬਾਦ ਹੋ ਜਾਂਦੇ ਹਨ ਜੋ ਪਰਮੇਸ਼ਵਰ ਦੇ ਰਾਜ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ। ਉਹਨਾਂ ਨੂੰ ਉਹੀ ਦਿੱਤਾ ਜਾਂਦਾ ਹੈ ਜਿਸ ਦੇ ਦੁਆਰਾ ਉਹ ਰਹਿਣਾ ਚਾਹੁੰਦੇ ਹਨ, ਆਪਣੇ ਲਈ ਚਾਹਤ ਰੱਖਦੇ ਹਨ। ਇਸ ਲਈ ਅਜਗਰ ਅਤੇ ਬਾਬਲ ਅਤੇ ਉਹਨਾਂ ਦੀ ਚੋਣ ਕਰਨ ਵਾਲੇ ਸਭ ਲੋਕਾਂ ਨੂੰ ਸਦੀਪਕ ਕਾਲ ਲਈ ਅਲੱਗ ਕੀਤਾ ਜਾਂਦਾ ਹੈ। ਉਹ ਅੱਗੇ ਤੋਂ ਕਦੇ ਵੀ ਪਰਮੇਸ਼ਵਰ ਦੀ ਨਵੀਂ ਸ੍ਰਿਸ਼ਟੀ ਨੂੰ ਭ੍ਰਿਸ਼ਟ ਨਹੀਂ ਕਰ ਸਕਣਗੇ। ਹੁਣ ਇਹਨਾਂ ਦੋਵਾਂ ਲੜਾਈਆਂ ਦੇ ਨਾਲ 1000 ਸਾਲਾਂ ਦੇ ਸਬੰਧਾਂ ਬਾਰੇ ਬਹੁਤ ਸਾਰਾ ਵਿਵਾਦ ਹੈ। ਕੁਝ ਲੋਕ ਸੋਚਦੇ ਹਨ ਕਿ ਇਹ ਘਟਨਾਵਾਂ ਦੇ ਸ਼ਾਬਦਿਕ ਕਰਮ ਨੂੰ ਦਰਸਾਉਂਦਾ ਹੈ, ਯਿਸੂ ਦੀ ਵਾਪਸੀ ਅਤੇ ਉਸ ਤੋਂ ਬਾਅਦ ਧਰਤੀ ਉੱਤੇ 1000 ਸਾਲ ਦਾ ਰਾਜ, ਜਿਸ ਨੂੰ ਮਿਲੀਨੀਅਮ ਅਰਥਾਤ 1000 ਸਾਲ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਪਰਮੇਸ਼ਵਰ ਦਾ ਅੰਤਿਮ ਨਿਆਂ। ਦੂਸਰੇ ਲੋਕ ਸੋਚਦੇ ਹਨ ਕਿ 1000 ਸਾਲ ਯਿਸੂ ਅਤੇ ਸ਼ਹੀਦਾਂ ਦੀ ਆਤਮਿਕ ਬੁਰਾਈ ਤੇ ਮੌਜੂਦਾ ਜਿੱਤ ਦਾ ਪ੍ਰਤੀਕ ਹਨ ਅਤੇ ਇਹ ਦੋਵੇਂ ਲੜਾਈਆਂ ਦੋ ਵੱਖ-ਵੱਖ ਕੋਨਿਆਂ ਤੋਂ ਯਿਸੂ ਦੇ ਭਵਿੱਖ ਦੀ ਵਾਪਸੀ ਨੂੰ ਦਰਸਾਉਂਦੀਆਂ ਹਨ। ਤੁਸੀਂ ਚਾਹੇ ਕਿਸੇ ਵੀ ਵਿਚਾਰਧਾਰਾ ਨਾਲ ਸਹਿਮਤ ਹੋਵੋ, ਮੁੱਖ ਗੱਲ ਸਾਫ਼ ਹੈ, ਜਦੋਂ ਯਿਸੂ ਰਾਜਾ ਵਜੋਂ ਵਾਪਸ ਆਵੇਗਾ, ਉਹ ਸਦਾ ਲਈ ਬੁਰਾਈ ਨਾਲ ਨਜਿੱਠੇਗਾ ਅਤੇ ਉਹ ਉਹਨਾਂ ਲੋਕਾਂ ਦਾ ਨਿਆਂ ਕਰੇਗਾ ਜੋ ਉਸ ਪ੍ਰਤੀ ਵਫਾਦਾਰ ਹਨ। ਪੁਸਤਕ ਸਵਰਗ ਅਤੇ ਧਰਤੀ ਦੇ ਵਿਆਹ ਦੇ ਅੰਤਿਮ ਦਰਸ਼ਨ ਦੇ ਨਾਲ ਸਮਾਪਤ ਹੁੰਦੀ ਹੈ। ਇੱਕ ਦੂਤ ਯਹੂਨਾ ਨੂੰ ਇੱਕ ਸ਼ਿੰਗਾਰੀ ਹੋਈ ਲਾੜੀ ਵਿਖਾਉਂਦਾ ਹੈ ਜੋ ਨਵੀਂ ਸ੍ਰਿਸ਼ਟੀ ਦਾ ਪ੍ਰਤੀਕ ਹੈ ਅਤੇ ਸਦਾ ਲਈ ਪਰਮੇਸ਼ਵਰ ਅਤੇ ਉਸ ਦੇ ਨੇਮ ਦੇ ਲੋਕਾਂ ਦੇ ਮਿਲਾਪ ਲਈ ਆਈ ਹੈ। ਪਰਮੇਸ਼ਵਰ ਐਲਾਨ ਕਰਦਾ ਹੈ ਕਿ ਉਹ ਸਦਾ ਲਈ ਮਨੁੱਖ ਜਾਤੀ ਨਾਲ ਵਾਸ ਕਰੇਗਾ ਅਤੇ ਉਹ ਸਭ ਕੁਝ ਨਵਾਂ ਬਣਾ ਰਿਹਾ ਹੈ। ਇੱਥੇ ਯਹੂਨਾ ਦਾ ਦਰਸ਼ਨ ਪੁਰਾਣੇ ਨੇਮ ਦੇ ਵਾਅਦਿਆਂ ਦੀ ਇੱਕ ਰੰਗੀਨ ਦੂਰਬੀਨ ਹੈ। ਇਹ ਸਥਾਨ ਇੱਕ ਨਵਾਂ ਸਵਰਗ ਅਤੇ ਨਵੀਂ ਧਰਤੀ ਹੈ, ਇੱਕ ਨਵੀਂ ਰਚਨਾ ਜੋ ਮਨੁੱਖੀ ਇਤਿਹਾਸ ਦੇ ਦਰਦ ਅਤੇ ਬੁਰਾਈ ਤੋਂ ਬਹਾਲ ਕੀਤੀ ਗਈ ਹੈ। ਇਹ ਅਦਨ ਦਾ ਨਵਾਂ ਬਾਗ ਵੀ ਹੈ, ਪਰਮੇਸ਼ਵਰ ਦੇ ਨਾਲ ਸਦੀਪਕ ਜੀਵਨ ਦਾ ਸਵਰਗ। ਪਰ ਇਹ ਸਿਰਫ ਬਾਗ ਵਿੱਚ ਵਾਪਸ ਜਾਣਾ ਨਹੀਂ ਹੈ, ਇਹ ਨਵੇਂ ਯਰੂਸ਼ਲਮ ਦੇ ਵੱਲ ਇੱਕ ਕਦਮ ਅੱਗੇ ਜਾਣਾ ਹੈ, ਇੱਕ ਮਹਾਨ ਸ਼ਹਿਰ ਵੱਲ ਜਿੱਥੇ ਮਨੁੱਖੀ ਸੱਭਿਆਚਾਰ ਅਤੇ ਉਹਨਾਂ ਦੀਆਂ ਸਾਰੀਆਂ ਵਿਭਿੰਨਤਾਵਾਂ ਪਰਮੇਸ਼ਵਰ ਦੇ ਅੱਗੇ ਸ਼ਾਂਤੀ ਅਤੇ ਸਦਭਾਵਨਾ ਨਾਲ ਕੰਮ ਕਰਦੀਆਂ ਹਨ। ਅਤੇ ਸਭ ਤੋਂ ਹੈਰਾਨੀਜਨਕ ਗੱਲ, ਨਵੀਂ ਸ੍ਰਿਸ਼ਟੀ ਵਿੱਚ ਕੋਈ ਹੈਕਲ ਦੀ ਇਮਾਰਤ ਨਹੀਂ ਹੈ, ਕਿਉਂਕਿ ਪਰਮੇਸ਼ਵਰ ਅਤੇ ਲੇਲੇ ਦੀ ਮੌਜੂਦਗੀ ਜੋ ਕਦੇ ਹੈਕਲ ਤੱਕ ਹੀ ਸੀਮਤ ਸੀ, ਹੁਣ ਨਵੀਂ ਦੁਨੀਆ ਵਿੱਚ ਸਭ ਜਗ੍ਹਾ ਫੈਲ ਗਈ ਹੈ ਅਤੇ ਉੱਥੇ ਇੱਕ ਨਵੀਂ ਮਨੁੱਖਤਾ ਹੋਵੇਗੀ ਜੋ ਉਸ ਬੁਲਾਹਟ ਨੂੰ ਪੂਰਾ ਕਰੇਗੀ ਜੋ ਉਹਨਾਂ ਦੇ ਜੀਵਨ ਤੇ ਹੈ, ਬਲਕਿ ਪਹਿਲੇ ਪੰਨੇ ਤੇ ਹੈ ਕਿ ਉਹ ਪਰਮੇਸ਼ਵਰ ਦੇ ਸਰੂਪ ਤੇ ਰਾਜ ਕਰਨਗੇ ਅਤੇ ਪਰਮੇਸ਼ਵਰ ਨਾਲ ਮਿਲ ਕੇ ਇਸ ਸ੍ਰਿਸ਼ਟੀ ਨੂੰ ਨਵੇਂ ਖੇਤਰ ਵਿੱਚ ਬਦਲਣ ਲਈ ਕੰਮ ਕਰਨਗੇ। ਇਸ ਤਰ੍ਹਾਂ ਯਹੂਨਾ ਦੀ ਈਸ਼ਵਰੀ ਦਰਸ਼ਨ ਦੀ ਪੁਸਤਕ ਅਤੇ ਸਾਰੀ ਬਾਈਬਲ ਦੀ ਮਹਾਕਾਵ ਕਥਾ ਖਤਮ ਹੁੰਦੀ ਹੈ। ਯਹੂਨਾ ਨੇ ਇਹ ਪੁਸਤਕ ਤੁਹਾਡੇ ਲਈ ਯਿਸੂ ਦੀ ਵਾਪਸੀ ਦੀ ਸਮਾਂ ਸਾਰਣੀ ਨੂੰ ਸਮਝਣ ਲਈ ਇੱਕ ਗੁਪਤ ਕੋਡ ਦੇ ਤੌਰ ਤੇ ਨਹੀਂ ਲਿਖੀ। ਇਹ ਇੱਕ ਪ੍ਰਤੀਕਾਤਮਕ ਦਰਸ਼ਨ ਹੈ ਜੋ ਪਹਿਲੀ ਸਦੀ ਦੀਆਂ 7 ਕਲੀਸਿਆਵਾਂ ਅਤੇ ਉਸ ਤੋਂ ਬਾਅਦ ਦੇ ਮਸੀਹਾਂ ਦੀ ਹਰ ਪੀੜ੍ਹੀ ਲਈ ਉਮੀਦ ਅਤੇ ਚੁਣੌਤੀ ਹੈ। ਇਹ ਇਤਿਹਾਸ ਦੇ ਨਮੂਨੇ ਅਤੇ ਪਰਮੇਸ਼ਵਰ ਦੇ ਵਾਅਦੇ ਨੂੰ ਦਰਸਾਉਂਦਾ ਹੈ। ਹਰ ਮਨੁੱਖੀ ਰਾਜ ਅਖੀਰ ਵਿੱਚ ਬਾਬਲ ਬਣ ਜਾਂਦਾ ਹੈ ਅਤੇ ਕੋਏ ਹੋਏ ਲੇਲੇ ਦੀ ਸ਼ਕਤੀ ਵਿੱਚ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ। ਪਰ ਇੱਕ ਵਾਅਦਾ ਹੈ, ਉਹ ਯਿਸੂ ਜਿਸ ਨੇ ਜਗਤ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ, ਉਹ ਬਾਬਲ ਦਾ ਨਿਆਂ ਜ਼ਰੂਰ ਕਰੇਗਾ। ਉਹ ਇੱਕ ਦਿਨ ਆਪਣੇ ਚੰਗੇ ਸੰਸਾਰ ਤੋਂ ਬੁਰਾਈ ਨੂੰ ਦੂਰ ਕਰਨ ਅਤੇ ਸਭ ਕੁਝ ਨਵਾਂ ਕਰਨ ਲਈ ਵਾਪਸ ਆਵੇਗਾ। ਇਹ ਇੱਕ ਵਾਅਦਾ ਹੈ ਜੋ ਪਰਮੇਸ਼ਵਰ ਦੇ ਲੋਕਾਂ ਦੀ ਹਰ ਪੀੜ੍ਹੀ ਵਿੱਚ ਵਫਾਦਾਰੀ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਜਦੋਂ ਤੱਕ ਰਾਜਾ ਵਾਪਸ ਨਹੀਂ ਆਉਂਦਾ। ਪ੍ਰਕਾਸ਼ ਦੀ ਪੋਥੀ ਦੀ ਪੁਸਤਕ ਇਸੇ ਸਭ ਦੇ ਬਾਰੇ ਹੈ।